ਵੈਲ ਜਦੋਂ ਵੀ ਕਦੀ ਕੋਈ ਕੈਨੇਡਾ ਦੀ ਫਾਈਲ ਰਿਫਿਊਜ਼ ਹੁੰਦੀ ਹੈ ਤੇ ਉਹਦੇ ਪਿੱਛੇ ਬਹੁਤ ਕਾਰਨ ਹੁੰਦੇ ਨੇ। ਐਮਬੈਸੀ ਇੱਕੋ ਜੀ ਰਿਫਿਊਜ਼ਲ ਲੈਟਰ ਸਾਰਿਆਂ ਨੂੰ ਭੇਜ ਦਿੰਦੀ ਹੈ ਕਿ ਤੁਸੀਂ ਵਾਪਸ ਨਹੀਂ ਆਉਣਾ, ਬਟ ਕਿਤੇ ਨਾ ਕਿਤੇ ਇੱਕ ਕਨਫਿਊਜ਼ਨ ਬਹੁਤ ਜ਼ਿਆਦਾ ਕ੍ਰੀਏਟ ਹੁੰਦੀ ਹੈ ਜਦੋਂ ਕਿ ਕਿਸੇ ਬੰਦੇ ਨੂੰ ਇਹ ਫੀਲ ਹੁੰਦਾ ਕਿ ਮੈਨੂੰ ਐਮਬੈਸੀ ਨੇ ਇੱਕ ਤਰ੍ਹਾਂ ਰਿਜੈਕਟ ਕਰ ਦਿੱਤਾ। ਹੁਣ ਉਸ ਕਨਫਿਊਜ਼ਨ ਦੇ ਪਿੱਛੇ ਬੰਦਾ ਜਿਹੜਾ ਹੈ ਉਹ ਦਰ ਭਟਕਦਾ ਹੈ ਐਂਡ ਉਹ ਆਪਣੇ ਹੋਰ ਪੈਸੇ ਖਰਾਬ ਕਰਦਾ ਹੈ। ਸੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਇਹੀ ਚੀਜ਼ ਐਲੈਬੋਰੇਟ ਕਰਾਂਗੇ ਕਿ ਇੱਕ ਕੈਨੇਡਾ ਦੀ ਫਾਈਲ ਰਿਫਿਊਜ਼ ਕਿਉਂ ਹੁੰਦੀ ਹੈ, ਜੋ ਉਹਦੇ ਵਿੱਚ ਰਿਫਿਊਜ਼ਲ ਲੈਟਰ ਦੇ ਵਿੱਚ ਜੋ ਉਹਦੇ ਜੋ ਰੀਜ਼ਨ ਦਿੱਤੇ ਹੁੰਦੇ ਨੇ ਉਹਨਾਂ ਦਾ ਅਸਲ 'ਚ ਕੀ ਮਤਲਬ ਹੁੰਦਾ ਹੈ, ਐਂਡ ਕਿਹਨਾਂ ਚੀਜ਼ਾਂ ਕਰਕੇ ਅਸੀਂ ਆਪਣੀ ਦੁਬਾਰਾ ਫਾਈਲ ਰੀਲੌਂਚ ਕਰ ਸਕਦੇ ਹਾਂ ਇਨ ਅ ਬੈਟਰ ਮੈਨਰ। ਸੋ ਇਹਦੇ ਬਾਰੇ ਆਪਾਂ ਗੱਲ ਕਰਾਂਗੇ। ਸਭ ਤੋਂ ਪਹਿਲੀ ਚੀਜ਼ ਜੋ ਉਹਦੇ ਵਿੱਚ ਹੁੰਦੀ ਹੈ ਦੈਟ ਇਜ਼ ਕਿ ਜਦੋਂ ਕੋਈ ਵੀ ਫਾਈਲ ਰਿਫਿਊਜ਼ ਹੋਏਗੀ ਕੈਨੇਡਾ ਦੀ, ਚਾਹੇ ਵਿਜ਼ਟਰ ਵੀਜ਼ਾ ਹੈ, ਚਾਹੇ ਉਹ ਚਾਹੇ ਸਟੱਡੀ ਵੀਜ਼ਾ ਹੈ, ਚਾਹੇ PR ਹੈ, ਉਹਦੇ ਵਿੱਚ ਪਹਿਲੀ ਚੀਜ਼ ਖਤਰਨਾਕ ਹੁੰਦੀ ਹੈ ਦੈਟ ਇਜ਼ ਯੋਰ ਡਾਕੂਮੈਂਟਸ ਠੀਕ ਢੰਗ ਨਾਲ ਨਹੀਂ ਲਾਏ ਹੁੰਦੇ। ਸੋ ਫॉर एग्जांपल ਲੈਟਸ ਸੇ ਅਗਰ ਮੈਂ ਇੱਕ ਵਿਜ਼ਟਰ ਵੀਜ਼ੇ ਲਈ ਜਾਣਾ, ਠੀਕ ਹੈ, ਸੋ ਮੈਂ ਇੱਕ ਬੜੀ ਵੇਗ ਜੀ ਐਗਜ਼ਾਮਪਲ ਦੇ ਰਿਹਾ। ਵਿਜ਼ਟਰ ਵੀਜ਼ੇ ਲਈ ਅਗਰ ਮੈਂ ਜਾ ਰਿਹਾ ਤੇ ਅਗਰ ਮੈਨੂੰ ਕਿਸੇ ਨੇ ਇਨਵਾਈਟ ਕੀਤਾ ਉਧਰੋਂ, ਠੀਕ ਹੈ, ਸੋ ਇਨਵਾਈਟ ਜਿਹਨੇ ਕੀਤਾ ਆ ਉਹਦੇ ਪ੍ਰੋਪਰ ਡਾਕੂਮੈਂਟਸ ਚਾਹੀਦੇ ਨੇ ਕਿ ਉਹ ਕੰਮ ਕੀ ਕਰਦਾ, ਉਹਦੇ ਫਾਈਨੈਂਸ਼ੀਅਲ ਸਟੇਟਸ ਕੀ ਹੈਗਾ, ਐਂਡ ਕੀ ਜੋ ਇਨਵਾਈਟ ਕਰ ਰਿਹਾ ਉਹ ਪ੍ਰੋਪਰ ਉਹਨੇ ਇੱਕ ਨੋਟਰੀ ਕਰਵਾ ਕੇ ਤੁਹਾਨੂੰ ਦਿੱਤਾ ਕਿ ਨਹੀਂ ਦਿੱਤਾ। ਐਂਡ ਇਧਰੋਂ ਜਿਹੜਾ ਬੰਦਾ ਜਾਣਾ ਹੈ ਕਿ ਉਹਦੇ ਜੋ ਪ੍ਰੋਪਰ ਫੰਡਸ ਹੈਗੇ ਨੇ, ਉਹਦੇ ਜੋ ਬੈਂਕ ਸਟੇਟਮੈਂਟਸ ਹੈਗੀਆਂ ਨੇ, ਉਹਦੇ ਜੋ ਜੌਬ ਦੇ ਪੇਪਰ ਨੇ, ਜਾਂ ਜੋ ਉਹਦੇ NOC ਪ੍ਰੋਪਰ ਹੈਗੀਆਂ ਨੇ, ਅਗਰ ਉਹ ਮਤਲਬ ਜੌਬ ਕਿਤੇ ਕਰ ਰਿਹਾ, ਬਿਜ਼ਨਸ ਕਰ ਰਿਹਾ, ਤੇ ਬਿਜ਼ਨਸ ਰਜਿਸਟ੍ਰੇਸ਼ਨ ਦੇ ਜੋ ਡਾਕੂਮੈਂਟਸ ਹੁੰਦੇ ਨੇ, ਕੀ ਉਹ ਸਾਰੇ ਦੇ ਸਾਰੇ ਡਾਕੂਮੈਂਟਸ ਜਿਹੜੇ ਨੇ ਉਹ ਅਸੀਂ ਫਾਈਲ ਦੇ ਵਿੱਚ ਲਾਏ ਸੀਗੇ ਜਾਂ ਤੁਹਾਡੇ ਏਜੰਟ ਨੇ ਉਹ ਚੀਜ਼ਾਂ ਲਾਈਆਂ ਸੀਗੀਆਂ। ਹੁਣ ਇਹਦੇ ਵਿੱਚ ਇੱਕ ਥੋੜਾ ਜਿਹਾ ਝੋਲ ਆਉਂਦਾ ਆ, ਡਾਕੂਮੈਂਟਸ ਨੂੰ ਅਪਲੋਡ ਕਰਨਾ ਐਂਡ ਉਹਨਾਂ ਨੂੰ ਪ੍ਰੋਪਰ ਇੱਕ ਤਰ੍ਹਾਂ ਕੈਟੇਗਰਾਈਜ਼ ਕਰਕੇ ਇੱਕ ਅਟੈਚ ਕਰਕੇ ਐਮਬੈਸੀ ਨੂੰ ਫਾਰਵਰਡ ਕਰਨਾ, ਇਹਨਾਂ ਵਿੱਚ ਬਹੁਤ ਫਰਕ ਹੁੰਦਾ ਜਿਹਦੇ ਕਰਕੇ ਫਾਈਲ ਸਾਡੀ ਰਿਫਿਊਜ਼ ਹੁੰਦੀ ਹੈ। ਸੋ ਦ ਫਸਟ ਥਿੰਗ ਵਿਚ ਮਸਟ ਬੀ ਕੰਸੀਡਰਡ ਇਜ਼ ਕਿ ਜਦੋਂ ਵੀ ਕਦੇ ਕੋਈ ਫਾਈਲ refuse ਹੁੰਦੀ ਹੈ ਕੈਨੇਡਾ ਦੀ, that is because of inappropriate documents given by the applicant or by the invitee or even by the agent as well। ਕਈ ਵਾਰੀ ਏਜੰਟ ਖੁਦ ਮੈਨੇਜ ਕਰਨ ਦੀ ਕੋਸ਼ਿਸ਼ ਕਰਦੇ ਨੇ। ਸੋ ਇਹ ਸਭ ਤੋਂ ਵੱਡੀ ਇੱਕ ਰੀਜ਼ਨ ਹੈ ਜਿਹਦੇ ਕਰਕੇ ਤੁਹਾਡੀ ਫਾਈਲ ਰਿਜੈਕਟ ਹੁੰਦੀ ਹੈ। Second reason is that you are not able to show the relationship between you and the person you are gonna meet in Canada, ਔਰ ਤੁਸੀਂ ਅਗਰ ਕੋਈ ਕਾਲਜ ਜੁਆਇਨ ਕਰ ਰਹੇ ਹੋ, ਸੋ ਜਿਹੜਾ ਤੁਹਾਡਾ ਇੱਕ ਪ੍ਰੂਫ ਆਫ ਰਿਲੇਸ਼ਨਸ਼ਿਪ ਹੈਗਾ ਆ, ਚਾਹੇ ਕਾਲਜ ਦੇ ਲੈਵਲ ਤੇ ਜੋ ਇੱਕ ਆਫਰ ਲੈਟਰ ਹੁੰਦੀ ਹੈ ਉਹ ਕੀ ਆਥੈਂਟਿਕ ਹੈ, ਜੋ ਤੁਸੀਂ ਇੱਕ ਲੈਟਰ ਆਫ ਇਨਵੀਟੇਸ਼ਨ ਜੋ ਤੁਸੀਂ ਲੈ ਰਹੇ ਹੋ ਕਿਸੇ ਇਨਵਾਈਟੀ ਦੇ ਕੋਲੋਂ, ਜੋ ਤੁਹਾਡਾ ਰਿਸ਼ਤੇਦਾਰ ਹੈ ਜਾਂ ਤੁਹਾਡਾ ਦੋਸਤ ਹੈ ਜਾਂ ਤੁਸੀਂ ਕਿਤੋਂ ਸਮਹਾਉ ਮੈਨੇਜ ਕੀਤੀ ਹੈ, ਕਿ ਉਸ ਬੰਦੇ ਨਾਲ ਤੁਹਾਡਾ ਰਿਲੇਸ਼ਨ ਜੋ ਹੈਗਾ ਤੁਸੀਂ ਉਹ ਐਮਬੈਸੀ ਨੂੰ ਪ੍ਰੈਜ਼ੈਂਟ ਕਰ ਪਾ ਰਹੇ ਹੋ ਕਿ ਇਸ ਬੰਦੇ ਨੂੰ ਮੈਂ ਸੋ ਐਂਡ ਸੋ ਈਅਰ ਤੋਂ ਜਾਣ ਰਿਹਾ, ਜਾਂ ਆਹ ਵਾਲਾ ਕਾਲਜ ਜਿਹੜਾ ਮੇਰਾ ਕਾਲਜ ਹੈ ਇਹ ਸਰਕਾਰੀ ਕਾਲਜ ਇੰਨੇ ਸਾਲਾਂ ਤੋਂ ਇੱਥੇ ਇਟ ਹੈਜ਼ ਬੀਨ ਰਨ ਬਾਈ ਦਾ ਗਵਰਨਮੈਂਟ ਔਰ ਦਾ ਕਮਿਊਨਿਟੀ ਐਂਡ ਮੈਂ ਇਸ ਕਾਲਜ ਵਿੱਚ ਐਡਮਿਸ਼ਨ ਲਈ ਹੈ। ਸੋ ਜਿਹੜਾ ਵੀ ਬੰਦਾ ਤੁਹਾਨੂੰ ਅਗਰ ਬੁਲਾ ਰਿਹਾ ਕੈਨੇਡਾ ਦੇ ਵਿੱਚ, ਉਹਦੇ ਨਾਲ ਅਗਰ ਤੁਸੀਂ ਇੱਕ ਰਿਲੇਸ਼ਨ ਆਪਣਾ ਜਸਟੀਫਾਈ ਨਹੀਂ ਕਰ ਪਾ ਰਹੇ ਐਮਬੈਸੀ ਦੇ ਸਾਹਮਣੇ, ਤੇ ਤੁਹਾਡੀ ਫਾਈਲ ਜਿਹੜੀ ਹੈਗੀ ਹੈ ਉਹ ਰਿਜੈਕਟ ਹੋਏਗੀ, 100% ਹੋਏਗੀ। ਬਿਕੋਜ਼ ਦੋਜ਼ ਡੇਜ਼ ਆਰ ਗੋਨ ਜਦੋਂ ਕਿ ਕਹਿੰਦੇ ਹੁੰਦੇ ਸੀਗੇ ਕਿ ਹੋਟਲ ਬੁਕਿੰਗ ਤੇ ਵੀਜ਼ਾ ਲਾ ਦਿਓ ਤੇ ਉਹਦਾ ਵੀਜ਼ਾ ਆ ਜਾਂਦਾ ਆ, ਉਹ ਹੁਣ ਨਹੀਂ ਹੁੰਦਾ। ਕੈਨੇਡੀਅਨ ਐਮਬੈਸੀ ਉਸੇ ਬੰਦੇ ਨੂੰ ਵੀਜ਼ਾ ਦਿੰਦੀ ਹੈ ਜਿਹਦਾ ਪ੍ਰੋਪਰ ਸਪਾਂਸਰ ਹੋਵੇ ਐਂਡ ਉਹ ਆਪਣੇ ਸਪਾਂਸਰ ਦੇ ਨਾਲ ਇੱਕ ਰਿਲੇਸ਼ਨ ਸ਼ੋ ਕਰ ਸਕੇ। ਇਨ ਕੇਸ ਆਫ ਵਿਜ਼ਟਰ ਵੀਜ਼ਾ ਐਂਡ ਇਨ ਕੇਸ ਆਫ ਸਟੱਡੀ ਵੀਜ਼ਾ, ਜਿਹੜੇ ਕਾਲਜ ਆਥੈਂਟਿਕ ਨੇ, ਜਿਹਨਾਂ ਕੋਲ ਪ੍ਰੋਪਰ DLI ਨੰਬਰ ਹੈਗਾ ਆ, ਜਿਹੜੇ ਕਿ ਪ੍ਰੋਪਰ ਆਫਰ ਲੈਟਰ ਦਿੰਦੇ ਨੇ ਐਂਡ ਲੈਟਰ ਆਫ ਐਕਸੈਪਟੈਂਸ ਦਿੰਦੇ ਨੇ, ਉਹਨਾਂ ਦਾ ਹੀ ਵੀਜ਼ਾ ਅੱਜ ਦੇ ਟਾਈਮ ਵਿੱਚ ਆਏਗਾ। ਥਰਡ ਚੀਜ਼ ਜੋ ਬਹੁਤ ਇੰਪੋਰਟੈਂਟ ਹੈ, that is there is no specific reference to the financial documents। ਹੁਣ ਇਹਦੇ ਵਿੱਚ ਨਾ ਜੋ ਇੱਕ ਫਾਈਨੈਂਸ਼ੀਅਲ ਡਾਕੂਮੈਂਟ ਮੈਂ ਜੋ ਤੁਹਾਨੂੰ ਗੱਲ ਕਰ ਰਿਹਾ, ਜਿਹਦੇ ਕਰਕੇ ਲਿਖਿਆ ਜਾਂਦਾ ਹੈ ਕਿ ਐਮਬੈਸੀ ਨੇ ਜਦੋਂ ਰਿਜੈਕਸ਼ਨ ਵਿੱਚ ਵੀ ਹੁੰਦਾ ਹੈ ਕਿ your finances are not appropriate, your finances are not adequate as per your journey। ਹੁਣ ਫਾਈਨੈਂਸਿਸ ਵਿੱਚ ਬਹੁਤ ਚੀਜ਼ਾਂ ਆ ਜਾਂਦੀਆਂ ਨੇ, ਇਹਦੇ ਵਿੱਚ ਤੁਹਾਡੇ ਬੈਂਕ ਸਟੇਟਮੈਂਟਸ ਆ ਜਾਂਦੀਆਂ ਨੇ, ਇਹਦੇ ਵਿੱਚ ਤੁਹਾਡੇ FDRs ਆ ਜਾਂਦੇ ਨੇ, ਇਹਦੇ ਵਿੱਚ ਤੁਹਾਡੀ ਅਗਰ ਕੋਈ ਤੁਸੀਂ ਪਾਲਿਸੀਜ਼ ਕਰਾਈਆਂ ਨੇ LIC ਦੀਆਂ ਉਹ ਆ ਜਾਂਦੀਆਂ ਨੇ, ਇਹਦੇ ਵਿੱਚ ਜੋ ਤੁਹਾਡੀ ਤੁਹਾਡੇ ਡਿਫਰੈਂਟ ਬੈਂਕ ਸਟੇਟ ਅਕਾਊਂਟਸ ਨੇ, ਚਾਹੇ ਸੈਲਰੀ ਵਾਲਾ, ਚਾਹੇ ਤੁਹਾਡਾ ਸੇਵਿੰਗ ਵਾਲਾ, ਚਾਹੇ ਕੋਈ ਵੀ, ਉਹ ਸਾਰਿਆਂ ਦੀ ਪ੍ਰੋਪਰ ਜੇ ਇੱਕ ਇਵੈਲੂਏਸ਼ਨ ਹੋ ਜਾਵੇ ਚਾਰਟਰਡ ਅਕਾਊਂਟੈਂਟ ਵੱਲੋਂ, ਉਹ ਬਹੁਤ ਮੈਟਰ ਕਰਦੀ ਹੈ। ਚਾਰਟਰਡ ਅਕਾਊਂਟੈਂਟ ਨੂੰ ਤੁਹਾਡੀ ਇੱਕ ਪ੍ਰੋਪਰਟੀ ਦੀ ਇਵੈਲੂਏਸ਼ਨ ਵੀ ਚਾਹੀਦੀ ਹੁੰਦੀ ਹੈ। ਸੋ ਪ੍ਰੋਪਰਟੀ ਦੀ ਇਵੈਲੂਏਸ਼ਨ ਦੇ ਵਿੱਚ ਤੁਸੀਂ ਜਿੰਨੇ ਵੀ ਤੁਹਾਡੇ ਨਾਨ ਮੂਵੇਬਲ ਐਸੈਟਸ ਨੇ
ਨੇ, ਜਿਹੜੀਆਂ ਕਿ ਕਹ ਲਓ ਕਿ ਤੁਹਾਡੀਆਂ ਗੱਡੀਆਂ ਹੋ ਗਈਆਂ, ਤੁਹਾਡੇ ਤੁਹਾਡੀਆਂ ਕਾਰਾਂ ਹੋ ਗਈਆਂ, ਤੁਹਾਡੇ ਬਾਈਕ ਹੋ ਗਏ, ਤੁਹਾਡਾ ਘਰ ਹੋ ਗਿਆ, ਤੁਹਾਡੇ ਪਲਾਟ ਹੋ ਗਿਆ, ਉਹ ਸਾਰਾ ਕੁਝ ਤੁਸੀਂ ਉਸ ਐਸੈਟਸ ਦੇ ਵਿੱਚ ਸ਼ੋ ਕਰ ਸਕਦੇ ਹੋ। ਸੋ ਅਲਟੀਮੇਟਲੀ ਯੂ ਕੈਨ ਪ੍ਰੈਜ਼ੈਂਟ ਯੋਰਸੈਲਫ ਕਿ ਤੁਸੀਂ ਇੱਕ ਬਹੁਤ ਸਟੇਬਲ ਇੱਕ এনवायरमेंट ਦੇ ਵਿੱਚ ਰਹਿ ਰਹੇ ਹੋ ਇਨ ਇੰਡੀਆ, ਜਾਂ ਕਹ ਲਓ ਕਿ ਤੁਹਾਡੀ ਬਹੁਤ ਪ੍ਰਾਪਰਟੀ ਹੈਗੀ ਆ, ਐਂਡ ਤੁਸੀਂ ਉਸ ਬੇਸ ਤੇ ਆਪਣਾ ਕੈਨੇਡਾ ਦੇ ਵਿੱਚ ਆਪਣਾ ਧਿਆਨ ਰੱਖੋਗੇ। ਅਗਰ ਤੁਸੀਂ ਸਟੂਡੈਂਟ ਹੋ ਤੇ ਇਹਦੇ ਵਿੱਚ ਜੋ ਮੈਂ ਸਾਰੀਆਂ ਜੋ ਡਾਕੂਮੈਂਟ ਗਣਾਏ ਨੇ ਉਹ ਤੁਹਾਡੇ ਪੇਰੈਂਟਸ ਦੇ ਲੱਗ ਜਾਣੇ ਨੇ, ਐਂਡ ਐਂਡ ਦੇ ਵਿੱਚ ਇੱਕ ਐਫੀਡੇਵਿਟ ਲੱਗ ਜਾਏਗਾ that it has been sponsored by your parents। ਐਂਡ ਇਨ ਕੇਸ ਅਗਰ ਤੁਸੀਂ ਵਿਜ਼ਟਰ ਵੀਜ਼ਾ ਤੇ ਜਾ ਰਹੇ ਹੋ ਤੇ ਤੁਹਾਡੇ ਜੋ ਸਾਰੇ ਡਾਕੂਮੈਂਟਸ ਨੇ ਇਹ ਤੁਹਾਡੇ ਚਾਹੀਦੇ ਹੋਣਗੇ। ਅਗਰ ਇਹ ਨਹੀਂ ਹੈਗੇ ਤੇ ਤੁਹਾਡੇ ਜੋ ਸਪਾਊਸ ਜਾਂ ਕਹ ਲਓ ਕਿ ਤੁਹਾਡੇ ਜੋ ਫੈਮਿਲੀ ਮੈਂਬਰਸ ਨੇ ਉਹ ਤੁਹਾਨੂੰ ਸਪਾਂਸਰ ਕਰਨਗੇ, ਉਹਦਾ ਐਫੀਡੇਵਿਟ ਲੱਗੇਗਾ। ਸੋ ਇਹ ਜਿੰਨੀਆਂ ਮੈਂ ਫਾਈਨੈਂਸ਼ੀਅਲ ਡਾਕੂਮੈਂਟਸ ਤੁਹਾਨੂੰ ਗੱਲ ਕਹੇ ਨੇ, ਇਹ ਇੱਕ ਧਿਆਨ ਰੱਖਿਓ, ਜਿੰਨੇ ਵੱਧ ਤੋਂ ਵੱਧ ਲਾਓਗੇ ਉਨਾ ਹੀ ਵਧੀਆ ਹੋਏਗਾ, ਐਂਡ ਜਿੰਨੇ ਘੱਟ ਤੋਂ ਘੱਟ ਲਾਓਗੇ ਉਨਾ ਵੀਜ਼ਾ ਰਿਫਿਊਜ਼ਲ ਰੇਟ ਜ਼ਿਆਦਾ ਆਉਂਦਾ ਮਤਲਬ ਹੋ ਜਾਂਦਾ ਹੈ, ਐਂਡ ਤੁਹਾਡਾ ਵੀਜ਼ਾ ਰਿਫਿਊਜ਼ ਹੋ ਸਕਦਾ ਹੈ। ਵਿਜ਼ਟਰ ਵੀਜ਼ਾ ਦਾ ਇੱਕ ਚੀਜ਼ ਹੋਰ ਧਿਆਨ ਰੱਖਿਓ ਕਿ ਵਿਜ਼ਟਰ ਵੀਜ਼ਾ ਵੇਲੇ ਜਦੋਂ ਜੋ ਫਾਈਨੈਂਸਿਸ ਜੋ ਇੱਕ ਰਿਕੁਆਇਰਡ ਹੁੰਦੇ ਨੇ, ਉਹਦੇ ਵਿੱਚ ਜਿਹੜਾ ਬੰਦਾ ਉਧਰੋਂ ਤੁਹਾਨੂੰ ਸੱਦ ਵੀ ਰਿਹਾ ਨਾ, ਉਹਦੀ ਵੀ ਪੇ ਸਲਿਪਸ ਚਾਹੀਦੀਆਂ ਹੁੰਦੀਆਂ ਨੇ, ਉਹਦੇ ਵੀ ਬੈਂਕ ਦੀਆਂ ਸਟੇਟਮੈਂਟਸ ਚਾਹੀਦੀਆਂ ਹੁੰਦੀਆਂ ਨੇ ਪਿਛਲੇ 6 ਮੰਥ ਦੀਆਂ। ਸੋ ਇਟ ਇਜ਼ ਨਾਟ ਓਨਲੀ ਅਬਾਊਟ ਯੂਰ ਫਾਈਨੈਂਸ਼ੀਅਲ ਸਟੇਬਿਲਿਟੀ ਬਟ ਆਲਸੋ ਦ ਸਟੇਬਿਲਿਟੀ ਆਫ ਦ ਪਰਸਨ ਹੂ ਇਜ਼ ਇਨਵਾਈਟਿੰਗ ਯੂ। ਸੋ ਫਾਈਨੈਂਸ਼ੀਅਲ ਡਾਕੂਮੈਂਟਸ ਦੇ ਵਿੱਚ ਸਾਰਾ ਕੁਝ ਆ ਜਾਂਦਾ। ਇਹ ਇਸ ਚੀਜ਼ ਨੂੰ ਥੋੜਾ ਧਿਆਨ ਨਾਲ ਸਮਝੋ, ਇਹਨੂੰ ਕੋਈ ਛੋਟੀ ਗੱਲ ਨਾ ਸਮਝੋ, ਇਹ ਬਹੁਤ ਵੱਡੀ ਗੱਲ ਹੈ। ਐਂਡ ਹੋਰ ਜਿਹੜੀ ਚੀਜ਼ ਬਹੁਤ ਇੰਪੋਰਟੈਂਟ ਹੈ, ਦੈਟ ਇਜ਼ ਦ ਸਟੇਟਮੈਂਟ ਆਫ ਪਰਪਸ, SOP, ਜਾਂ ਕਿਹਨੂੰ ਕਲਾਇੰਟ ਇਨਫੋਰਮੇਸ਼ਨ ਕਹਿੰਦੇ ਨੇ। ਬੇਟਾ SOP ਦੇ ਵਿੱਚ ਕੀ ਹੁੰਦਾ, ਜਾਂ ਕਹ ਲਓ ਕਿ ਇੱਕ SOP ਦੇ ਵਿੱਚ ਕੀ ਲਿਖਣਾ ਚਾਹੀਦਾ ਕਿ ਲੈਟਸ ਸੇ ਤੁਹਾਡਾ ਰੀਅਲ ਮੋਟਿਵ ਕੀ ਹੈ, ਠੀਕ ਹੈ। ਹੁਣ ਫॉर ਐਗਜ਼ਾਮਪਲ ਇਫ ਯੂ ਗੋਇੰਗ ਔਨ ਅ ਸਟੱਡੀ ਵੀਜ਼ਾ, ਦੈਟ ਮੀਨਸ ਤੁਹਾਡਾ ਮੇਨ ਮੋਟਿਵ ਸਟੱਡੀ ਹੈ। ਅਗਰ ਤੁਹਾਡਾ ਵਰਕ ਇੱਕ ਪਰਮਿਟ ਹੈ ਲਈ ਤੁਸੀਂ ਅਪਲਾਈ ਕੀਤਾ, ਸੋ ਤੁਹਾਡਾ ਮੇਨ ਮੋਟਿਵ ਵਰਕ ਹੈ। ਅਗਰ ਵਿਜ਼ਟਰ ਵੀਜ਼ਾ ਹੈਗਾ ਦੈਨ ਯੂਰ ਮੇਨ ਮੋਟਿਵ ਇਜ਼ ਟੂ ਮੀਟ ਸਮਬਡੀ ਐਂਡ ਦੈਨ ਕਮ ਬੈਕ। ਸੋ SOP ਦੇ ਵਿੱਚ ਪ੍ਰੋਪਰ ਇੱਕ ਕੱਲੀ ਚੀਜ਼ ਜਿਹੜੀ ਹੈਗੀ ਆ ਇਹਨੂੰ ਲਿਖਣਾ ਹੁੰਦਾ ਆ। ਫॉर ਐਗਜ਼ਾਮਪਲ ਯੂ ਮਸਟ ਇੰਟਰੋਡਿਊਸ ਯੋਰਸੈਲਫ ਔਨ ਦ ਫਰਸਟ ਪੇਜ ਅਬਾਊਟ ਯੂ, ਯੋਰ ਲਾਈਫ, ਯੋਰ ਫੈਮਿਲੀ, ਯੋਰ ਵਰਕ ਐਂਡ ਆਲ, ਐਂਡ ਅਗਲੇ ਪੇਜ ਤੇ ਕਿ ਤੁਹਾਨੂੰ ਜਿਹਨੇ ਇਨਵਾਈਟ ਕੀਤਾ ਉਹਦੇ ਨਾਲ ਤੁਹਾਡਾ ਰਿਲੇਸ਼ਨ ਕੀ ਹੈ, ਕਿੱਥੇ ਮਿਲੇ, ਕੀ ਕਰਦੇ ਹੋ, ਐਂਡ ਐਂਡ ਆਫ ਦ ਡੇ ਤੁਹਾਡੀ ਜ਼ਿੰਦਗੀ ਦੇ ਵਿੱਚ ਹਾਊ ਯੂ ਗਾਇਜ਼ ਆਰ ਲਿਵਿੰਗ ਟੂਗੇਦਰ, ਔਰ ਇਨ ਦ ਸੈਂਸ ਕਿ ਤੁਸੀਂ ਪਹਿਲਾਂ ਕਿਸ ਤਰ੍ਹਾਂ ਦਾ ਟਾਈਮ ਸਪੈਂਡ ਕੀਤਾ ਸੀਗਾ, ਜਿਹਦੇ ਵਿੱਚ ਪੁਰਾਣੀਆਂ ਪਿਕਚਰਸ ਵੀ ਹੋ ਸਕਦੀਆਂ ਨੇ ਤੁਹਾਡੇ ਹੋਣ ਦੇ, ਤੁਹਾਡੀ ਵੀਡੀਓ ਚੈਟਸ ਦੀਆਂ ਸਕਰੀਨਸ਼ਾਟਸ ਵੀ ਹੋ ਸਕਦੇ ਨੇ। ਦਿਸ ਆਲ ਕੈਨ ਬੀ ਅਟੈਚਡ ਇਨ ਯੋਰ ਕਲਾਇੰਟ ਇਨਫੋਰਮੇਸ਼ਨ। ਐਂਡ ਇੱਕ ਚੀਜ਼ ਹੋਰ ਧਿਆਨ ਰੱਖਿਓ ਜੋ ਬਹੁਤ ਇੰਪੋਰਟੈਂਟ ਇੱਕ ਹੈਗੀ ਹੈ, ਕਲਾਇੰਟ ਇਨਫੋਰਮੇਸ਼ਨ ਦੇਣ ਲੱਗੇ ਇੱਕ ਚੀਜ਼ ਜੋ ਤੁਸੀਂ ਲਿਖਣੀ ਹੈ ਉਹ ਇਹ ਹੈ ਕਿ ਤੁਸੀਂ ਵਾਪਸ ਕਿਉਂ ਆਓਗੇ, ਵਾਈ ਵਿਲ ਯੂ ਕਮ ਬੈਕ ਟੂ ਇੰਡੀਆ। ਹੁਣ ਜਿਸ ਕਰਕੇ ਕਿਹਾ ਜਾਂਦਾ ਹੈ ਕਿ ਤੁਹਾਡੇ ਜੋ ਤੁਸੀਂ ਵਾਪਸ ਨਹੀਂ ਆਉਣਾ ਹੈ, ਤੁਹਾਡਾ ਅਸੀਂ ਵੀਜ਼ਾ ਰਿਫਿਊਜ਼ ਕਰਦੇ ਹਾਂ, ਜੋ ਹਰ ਬੰਦਾ ਕਹਿੰਦਾ ਕਿ ਉਹਨਾਂ ਨੇ ਰਿਫਿਊਜ਼ਲ ਲੈਟਰ 'ਚ ਲਿਖਿਆ ਕਿ ਤੁਸੀਂ ਵਾਪਸ ਨਹੀਂ ਆਉਣਾ। ਬੇਟਾ ਇਹ ਸਾਰੀਆਂ ਜੋ ਚੀਜ਼ਾਂ ਨੇ ਤੁਸੀਂ ਵਾਪਸ ਕਿਉਂ ਆਉਣਾ ਹੈ, which can be for your parents, ਠੀਕ ਹੈ। ਤੁਸੀਂ ਸਟੱਡੀ ਤੋਂ ਬਾਅਦ ਆਪਣੇ ਪੇਰੈਂਟਸ ਲਈ ਵਾਪਸ ਆਉਣਾ ਬਿਕੋਜ਼ ਤੁਸੀਂ ਉਹਨਾਂ ਨੂੰ ਟੇਕ ਕੇਅਰ ਕਰਨਾ, ਜਾਂ ਅਗਰ ਵਿਜ਼ਟਰ ਵੀਜ਼ਾ ਤੇ ਕੋਈ ਬੰਦਾ ਚੱਲਾ ਹੈ ਤਾਂ ਤੁਸੀਂ ਆਪਣੇ ਬੱਚਿਆਂ ਕਰਕੇ ਮੁੜਨਾ ਆ, ਆਪਣੇ ਸਪਾਊਸ ਕਰਕੇ ਮੁੜਨਾ ਆ, ਆਪਣੇ ਪੇਰੈਂਟਸ ਕਰਕੇ ਮੁੜਨਾ ਆ। ਸੋ ਤੁਹਾਡੀ ਲੌਂਗ ਟਰਮ ਇਨਵੈਸਟਮੈਂਟਸ ਜਿਹੜੀਆਂ ਹੈਗੀਆਂ ਨੇ ਇੰਡੀਆ ਦੇ ਵਿੱਚ, ਯੂ ਕੈਨ ਟਾਕ ਅਬਾਊਟ them ਐਜ਼ ਵੈਲ। ਸੋ ਉਹਦੇ ਨਾਲ ਕੀ ਹੋਏਗਾ, ਇੱਕ ਕੈਨੇਡੀਅਨ ਗਵਰਨਮੈਂਟ ਨੂੰ ਐਂਡ IRCC ਨੂੰ ਇੱਕ ਯਕੀਨ ਹੋ ਜਾਏਗਾ ਕਿ ਤੁਸੀਂ ਇੰਡੀਆ ਦੇ ਵਿੱਚ ਵਾਪਸ ਮੁੜੋਗੇ ਡਿਊ ਟੂ ਸਮ ਆਫ ਥੀਸ ਰੀਜ਼ਨਸ। ਐਂਡ ਇੱਕ ਚੀਜ਼ ਹੋਰ ਧਿਆਨ ਰੱਖਿਓ, ਹਰ ਵੀਜ਼ਾ ਆਫਿਸਰ ਉਸੇ ਵੇਲੇ ਵੀਜ਼ਾ ਗ੍ਰਾਂਟ ਕਰ ਦੇਗਾ ਜਾਂ ਕਰ ਦਿੰਦਾ ਹੈ ਜਦੋਂ ਇਹਨੂੰ ਇਹ ਸ਼ੋਰਿਟੀ ਹੋ ਜਾਂਦੀ ਹੈ ਕਿ ਇਹ ਬੰਦੇ ਨੇ ਬਾਹਰ ਵਾਪਸ ਚਲਾ ਹੀ ਜਾਣਾ ਹੈ। ਸੋ ਪਹਿਲਾ ਦਿਮਾਗ ਦੇ ਵਿੱਚ ਇਹੀ ਉਹਦੇ ਇੱਕ ਕੁਐਸਚਨ ਆਉਂਦਾ, ਇਹ ਬੰਦਾ ਵਾਪਸ ਕਿਉਂ ਜਾਊਗਾ। ਤੁਸੀਂ ਇਸ ਚੀਜ਼ ਦਾ ਜਵਾਬ ਦੇ ਦਿੰਦੇ ਹੋ ਤੇ ਬਾਕੀ ਸਾਰੀਆਂ ਚੀਜ਼ਾਂ ਜਿਹੜੀ ਹੈਗੀ ਉਹਨੇ ਕੰਸੀਡਰ ਨਹੀਂ ਕੀਤੀਆਂ ਜਾਂਦੀਆਂ ਐਂਡ ਤੁਹਾਨੂੰ ਵੀਜ਼ਾ ਗ੍ਰਾਂਟ ਹੋ ਜਾਂਦਾ। ਅਗਰ ਤੁਸੀਂ ਇਸ ਚੀਜ਼ ਦਾ ਜਵਾਬ ਨਹੀਂ ਦਿੰਦੇ ਐਂਡ ਤੁਸੀਂ ਬਾਕੀ ਸਾਰਾ ਕੁਝ ਲਾ ਰਹੇ ਹੋ, ਦੈਨ ਬੇਟਾ ਤੁਹਾਡੇ ਫਾਈਲ ਜਿਹੜੀ ਹੈਗੀ ਆ ਉਹ ਰਿਜੈਕਟ ਹੋਏਗੀ, ਤੁਹਾਡੇ ਜੋ ਵਿਜ਼ਟਰ ਵੀਜ਼ਾ ਦੀ ਫਾਈਲ ਹੈ ਈਵਨ ਉਹ ਵੀ ਰਿਜੈਕਟ ਹੋਏਗੀ। ਐਂਡ ਇੱਕ ਟਿਪ ਆਫ ਦਾ ਡੇ ਅਗਰ ਮੈਂ ਦੇਣੀ ਹੋਵੇ ਇਸ ਵੇਲੇ, ਉਹ ਇਹ ਦਿੱਤੀ ਜਾ ਸਕਦੀ ਹੈ ਕਿ ਕਦੇ ਵੀ ਵਿਜ਼ਟਰ ਵੀਜ਼ਾ ਇਕੱਠਿਆਂ ਨਾ ਲਾਇਓ। ਨੈਵਰ ਐਵਰ ਅਪਲਾਈ ਐਜ਼ ਅ ਫੈਮਿਲੀ। ਅੱਜ ਕੱਲ੍ਹ ਵਿਜ਼ਟਰ ਵੀਜ਼ਾ ਬਹੁਤ ਇਦਾਂ ਰਿਜੈਕਟ ਹੋ ਰਹੇ ਨੇ। ਅਗਰ ਤੁਸੀਂ ਇਕੱਠੇ ਇੱਕ ਫੈਮਿਲੀ ਲਾ ਰਹੇ ਹੋ, ਇਕੱਲੇ ਲਾਓ, ਕੋਈ ਚੱਕਰ ਨਹੀਂ। ਪਹਿਲਾਂ ਇੱਕ ਬੰਦਾ ਲਾ ਲਵੇ, ਬੱਚੇ ਇੱਥੇ ਪਿੱਛੇ ਰਹਿ ਜਾਣ, ਠੀਕ ਹੈ। ਮੁੜ ਕੇ ਬੱਚਿਆਂ ਦੇ ਨਾਲ ਕੋਈ ਦੂਜਾ ਜਿਹੜਾ ਸਪਾਊਸ ਹੈ ਜਾਂ ਕੋਈ ਦੂਜਾ ਜੋ ਮਦਰ ਹੈ ਜਾਂ ਫਾਦਰ ਹੈ, ਉਹ ਦੂਜੀ ਵਾਰੀ ਆਪਣਾ ਅਪਲਾਈ ਕਰ ਲਵੇ, ਈਜ਼ੀਲੀ ਹੋਏਗਾ। ਉਦੋਂ ਦੂਜੀ ਵਾਰੀ ਪਹਿਲਾ ਬੰਦਾ ਇੰਡੀਆ ਰੁਕ ਜਾਵੇ। ਸੋ ਕਹਿਣ ਦਾ ਮੋਟਿਵ ਕੀ ਹੈ ਕਿ ਇਫ ਯੂ ਆਰ ਅਪਲਾਈਂਗ ਟੂਗੈਦਰ, ਵੀਜ਼ਾ ਚਾਂਸਿਸ ਬਹੁਤ ਮਾਈਨਿਊਟ ਨੇ, ਬਹੁਤ ਘੱਟ ਨੇ। ਅਗਰ ਇਕੱਲੇ ਲਾਓਗੇ ਦੈਟ ਇਜ਼ ਮਚ ਬੈਟਰ। ਐਂਡ ਇਨ ਸਟੱਡੀ ਕੇ ਵੀਜ਼ਾ ਐਜ਼ ਵੈਲ, ਅਗਰ ਤੁਸੀਂ ਵੀਜ਼ਾ ਅਪਲਾਈ
ਕਰਨ ਲੱਗੇ ਇਹ ਧਿਆਨ ਨਹੀਂ ਰੱਖ ਰਹੇ ਕਿ ਤੁਹਾਡਾ ਕਾਲਜ ਸਰਕਾਰੀ ਹੈ ਜਾਂ ਤੁਹਾਡੇ GIC ਪੂਰੀ ਪੇ ਹੋਈ ਕਿ ਨਹੀਂ ਹੋਈ, ਤੁਹਾਡੇ 105 ਹੈਗੇ ਨੇ ਈਵਨ ਹੁਣ ਵੀ ਇਸ ਵੇਲੇ ਵੀ, ਤੇ ਤੁਹਾਡੀ ਫਾਈਲ ਰਿਜੈਕਟ ਹੋਏਗੀ, ਇਹ ਗੱਲ ਸ਼ੋਰਿਟੀ ਹੈ। ਸੋ ਆਪਣੇ ਫਿਊਚਰ ਦਾ ਧਿਆਨ ਰੱਖਦੇ ਹੋਏ ਪਲੀਜ਼ ਜੋ ਮੈਂ ਗੱਲਾਂ ਕਹੀਆਂ ਨੇ ਇਹਨਾਂ ਨੂੰ ਇੱਕ ਵਾਰੀ ਧਿਆਨ ਨਾਲ ਸੋਚ ਲਿਓ, ਵਿਚਾਰ ਲਿਓ। ਐਂਡ ਅਗਰ ਕਿਸੇ ਨੂੰ ਕੋਈ ਵੀਜ਼ਾ ਰਿਗਾਰਡਿੰਗ ਅਸਿਸਟੈਂਸ ਚਾਹੀਦੀ ਹੈ, ਯੂ ਨੀਡ ਸਮ ਕਾਈਂਡ ਆਫ ਅਸਿਸਟੈਂਸ, ਚਾਹੇ ਕੋਈ ਸਟੱਡੀ ਵੀਜ਼ਾ ਹੋਵੇ, ਚਾਹੇ ਕੋਈ ਵਿਜ਼ਿਟ ਵੀਜ਼ਾ ਹੋਵੇ, ਚਾਹੇ ਕੋਈ PR ਹੋਵੇ, ਉਹ ਕਮੈਂਟ ਬਾਕਸ ਵਿੱਚ ਜਸਟ ਇੱਕ ਵਾਰੀ ਥੰਬਸ ਅਪ ਦੇ ਸਕਦਾ ਹੈ। ਮਾਈ ਟੀਮ ਵਿਲ ਕੰਟੈਕਟ ਦੈਟ ਪਰਸਨ ਐਂਡ ਐਂਡ ਆਫ ਦ ਡੇ ਅਸੀਂ ਜਿੰਨੀ ਸਾਡੇ ਵੱਲੋਂ ਹੈਲਪ ਕਰ ਸਕਦੇ ਹਾਂ ਅਸੀਂ ਕਰਾਂਗੇ। ਸੋ ਥੈਂਕ ਯੂ ਐਵਰੀਬਡੀ ਐਂਡ ਬਲੈਸ ਯੂ। ਥੈਂਕ ਯੂ।